ਸਤਿ ਸ਼੍ਰੀ ਅਕਾਲ। ਮੇਰਾ ਨਾਮ ਗੁਰਲਾਲ ਸਿੰਘ, ਐਜ਼ ਅ ਪਾਰਟ ਆਫ ਯੂਨੀਕ ਰੀਬਰਥ ਅਕੈਡਮੀ। ਅੱਜ ਦਾ ਜੋ ਸੈਸ਼ਨ ਹੈ ਆਪਾਂ ਕਰਨ ਜਾ ਰਹੇ ਹਾਂ ਸ਼ਾਰਪ ਵਾਟਰ ਪਿਊਰੀਫਾਇਰ ਬਾਰੇ, ਜੋ ਕਿ ਆਪਾਂ ਨੂੰ ਬਹੁਤ ਜ਼ਰੂਰੀ ਹੈ ਇਸ ਚੀਜ਼ ਬਾਰੇ ਨੌਲੇਜ ਲੈਣੀ, ਕਿਉਂਕਿ ਵਾਟਰ ਸਾਡੀ ਬੋਡੀ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਸਾਨੂੰ ਰੈਗੂਲਰ ਲਾਈਫ ਦੇ ਵਿੱਚ ਵਰਕ ਕਰਨ ਵਾਸਤੇ, ਸਾਡੀ ਬੋਡੀ ਨੂੰ ਐਨਰਜੈਟਿਕ ਰੱਖਣ ਵਾਸਤੇ, ਸਾਨੂੰ ਹਰ ਬਿਮਾਰੀਆਂ ਤੋਂ ਬਚਾਉਣ ਵਾਸਤੇ ਪਾਣੀ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੈ ਕਿ ਆਪਣੀ ਲਾਈਫ ਨੂੰ ਆਪਾਂ ਵਧੀਆ ਲੈਵਲ 'ਤੇ ਆਪਾਂ ਜੀ ਸਕੀਏ ਔਰ ਕਾਫੀ ਜੋ ਹਾਰਮਫੁਲ ਬਿਮਾਰੀਆਂ ਉਹਨਾਂ ਤੋਂ ਆਪਾਂ ਬਚ ਸਕੀਏ। ਆਓ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੀ ਜੋ ਆਪਣਾ ਸੈਸ਼ਨ ਹੈ ਉਹ ਕਿ ਵਾਟਰ ਪਿਊਰੀਫਾਇਰ 'ਤੇ। ਤੁਸੀਂ ਜਾਣਦੇ ਹੋ ਸਾਰੇ, ਐਜ਼ ਅ ਵੈਸਟੀਜੀਅਨ ਔਰ ਆਪਣੀ ਜੋ ਟੀਮ ਹੈ ਔਰ ਆਪਣੀ ਐਜੂਕੇਸ਼ਨ 'ਤੇ ਕੰਮ ਕਰਦੀ ਹੈ ਔਰ ਹਰ ਕਿਸੇ ਨੂੰ ਐਜੂਕੇਸ਼ਨ ਲੈਣੀ ਬਹੁਤ ਜ਼ਰੂਰੀ ਹੈ। ਅੱਜ ਦਾ ਆਪਾਂ ਵਾਟਰ ਪਿਊਰੀਫਾਇਰ 'ਤੇ ਕਰ ਰਹੇ ਹਾਂ ਔਰ ਆਪਣੀ ਜੋ ਕੰਪਨੀ ਹੈ ਵੈਸਟੀ, ਉਹ ਆਪਣਾ ਤਿੰਨੇ ਪ੍ਰੋਡਕਟਸ ਦੇ ਉੱਤੇ ਵਰਕ ਕਰ ਰਹੀ ਹੈ। ਇੱਕ ਪੀਣ ਵਾਸਤੇ ਚੰਗਾ ਪਾਣੀ, ਲੈਣ ਵਾਸਤੇ ਆਪਾਂ ਨੂੰ ਸਾਫ਼ ਸੁਥਰੀ ਹਵਾ ਜੋ ਕਿ ਆਪਾਂ ਨੂੰ 에ਅਰ ਪਿਊਰੀਫਾਇਰ ਦੇ ਥਰੂ ਮਿਲ ਰਹੀ ਹੈ, ਔਰ ਖਾਣ ਪੀਣ ਵਾਸਤੇ ਗੁੱਡ ਸਪਲੀਮੈਂਟਸ ਜੋ ਕਿ ਆਪਾਂ ਨੂੰ ਸਿਹਤ ਨੂੰ ਚੰਗਾ ਰੱਖਣ ਵਾਸਤੇ ਦਿੰਦੀ ਹੈ। ਆਪਾਂ ਸ਼ੁਰੂਆਤ ਕਰ ਰਹੇ ਹਾਂ ਵਾਟਰ ਪਿਊਰੀਫਾਇਰ ਬਾਰੇ। ਹੁਣ ਮੇਰਾ ਨਾਮ ਗੁਰਲਾਲ ਸਿੰਘ, ਜਿੱਦਾਂ ਕਿ ਮੈਂ ਤੁਹਾਨੂੰ ਦੱਸ ਚੁੱਕਿਆ ਆਲਰੇਡੀ। ਸਭ ਤੋਂ ਪਹਿਲਾਂ ਪਾਣੀ ਸਾਡੀ ਬੋਡੀ 'ਚ ਕੀ ਮੈਟਰ ਕਰਦਾ ਹੈ? ਪਾਣੀ ਆਪਾਂ ਮੈਟਰ ਹੈ ਕਿ ਟੂ ਡਰਿੰਕ ਕਲੀਨ ਵਾਟਰ, ਆਪਾਂ ਨੂੰ ਸਾਫ਼ ਸੁਥਰਾ ਪਾਣੀ ਪੀਣਾ ਹੈ। ਇਸ ਕਰਕੇ ਆਪਾਂ ਵਾਟਰ ਪਿਊਰੀਫਾਇਰ ਫਿਲਟਰ ਦਾ ਯੂਜ਼ ਕਰਦੇ ਹਾਂ, ਔਰ ਹਰ ਕਿਸੇ ਦੇ ਘਰ 'ਚ ਆਲਰੇਡੀ ਵਾਟਰ ਫਿਲਟਰ ਲੱਗੇ ਹੋਏ ਨੇ। ਮਾਰਕੀਟ ਤੋਂ ਢੇਰਾਂ ਟਾਈਪ ਦੇ ਪ੍ਰੋਡਕਟਸ ਨੇ, ਅਲੱਗ-ਅਲੱਗ ਕੰਪਨੀਆਂ ਪ੍ਰਮੋਟ ਕਰ ਰਹੀਆਂ ਮਾਰਕੀਟ ਦੇ ਵਿੱਚ ਵਾਟਰ ਪਿਊਰੀਫਾਇਰ। ਆਲਰੇਡੀ ਹਰ ਕਿਸੇ ਦੇ ਘਰ 'ਚ ਵਾਟਰ ਪਿਊਰੀਫਾਇਰ ਲੱਗਾ ਹੋਇਆ। ਉਸ ਵਾਟਰ ਪਿਊਰੀਫਾਇਰ 'ਚ ਔਰ ਵੈਸਟੀ ਦੇ ਜੋ ਸ਼ਾਰਪ ਵਾਟਰ ਪਿਊਰੀਫਾਇਰ ਹੈ, ਇਹਦੇ ਵਿੱਚ ਕੀ ਫ਼ਰਕ ਹੈ, ਇਹ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਜਿੰਨੇ ਤੱਕ ਆਪਾਂ ਨੂੰ ਬੈਨੀਫਿਟਸ ਨਹੀਂ ਪਤਾ ਹੋਣਗੇ, ਉਹਦੀ ਕੁਆਲਿਟੀਜ਼ ਨਹੀਂ ਪਤਾ ਹੋਣਗੀ, ਉਹਨੇ ਤੱਕ ਆਪਾਂ ਕਿਸੇ ਨੂੰ ਗਾਈਡ ਨਹੀਂ ਕਰ ਸਕਦੇ, ਕਿਸੇ ਨੂੰ ਸਮਝਾ ਨਹੀਂ ਸਕਦੇ, ਦੱਸ ਨਹੀਂ ਸਕਦੇ ਕਿ ਸਾਡੇ ਪਿਊਰੀਫਾਇਰ ਦਾ ਔਰ ਮਾਰਕੀਟ ਦੇ ਪਿਊਰੀਫਾਇਰ ਦੇ ਵਿੱਚ ਫ਼ਰਕ ਕੀ ਹੈ। ਇਸ ਕਰਕੇ ਜਾਣਨਾ ਬਹੁਤ ਜ਼ਰੂਰੀ ਹੈ। ਪਰ ਮਾਰਕੀਟ ਵਿੱਚ ਜਿੰਨੇ ਵੀ ਪ੍ਰੋਡਕਟਸ ਹੁੰਦੇ ਨੇ, ਤੁਸੀਂ ਵੇਖ ਰਹੇ ਕਿ ਉਹ ਸਾਰੇ ਕਿੱਦਾਂ ਆ ਰਹੇ ਨੇ। ਉਹਨਾਂ ਦੀ ਪ੍ਰੋਪਰ ਐਡਵਰਟਾਈਜ਼ਮੈਂਟ ਹੁੰਦੀ ਹੈ, ਜੋ ਕਿ ਇੱਕ ਫੇਕ ਤੌਰ 'ਤੇ ਕਹਿ ਸਕਦੇ ਹਾਂ, ਕਿਉਂਕਿ ਐਡਵਰਟਾਈਜ਼ਮੈਂਟ ਦੇ ਕੇ ਕੋਈ ਵੀ ਚੀਜ਼ ਵੇਚਣੀ, ਜਿੱਦਾਂ ਦੀ ਵੀ ਚੀਜ਼, ਕਿਉਂਕਿ ਉਹਦੇ ਹਿਸਾਬ ਨਾਲ ਬਹੁਤ ਖਰਚਾ ਉਹਦੇ 'ਤੇ ਆਉਂਦਾ ਹੈ। ਐਡਵਰਟਾਈਜ਼ਮੈਂਟ ਕਰਦੇ ਆ, ਐਡਵਰਟਾਈਜ਼ ਕਰਕੇ ਉਹਦੇ ਉੱਤੇ ਢੇਰਾਂ ਟਾਈਪ ਦਾ ਖਰਚਾ ਹੁੰਦਾ, ਅਤੇ ਉਹਦੇ ਕਰਕੇ ਫਿਰ ਜੋ ਉਹਦੀ ਕੁਆਲਿਟੀਜ਼ ਨੇ, ਕੁਆਲਿਟੀਜ਼ ਲੋ ਕੁਆਲਿਟੀ ਹੁੰਦੀ। ਹੁਣ ਐਡਵਰਟਾਈਜ਼ਮੈਂਟ ਤਾਂ ਦਾਰੂ ਦੀ ਵੀ ਹੁੰਦੀ ਹੈ। ਕੀ ਗੱਲ, ਇੱਕ ਪਾਸੇ ਆਪਾਂ ਸਾਫ਼ ਵਾਟਰ ਦੀ ਗੱਲ ਕਰ ਰਹੇ ਹਾਂ, ਦੂਜੇ ਪਾਸੇ ਆਪਾਂ ਡਰਿੰਕਿੰਗ ਬੀਅਰ ਜਾਂ ਵਾਈਨ ਦੀ ਗੱਲ ਕਰ ਰਹੇ ਹਾਂ ਕਿ ਉਹ ਵੀ ਸਿਹਤ ਲਈ ਚੰਗੀ ਹੈ। ਆਪਾਂ ਸਮਝ ਸਕਦੇ ਹਾਂ ਕਿ ਇਹ ਜਿਹੜੀ ਇੱਕ ਸਟ੍ਰੈਟਜੀ ਹੁੰਦੀ ਆ ਕੋਈ ਵੀ ਪ੍ਰੋਡਕਟਸ ਨੂੰ ਮਾਰਕੀਟ ਦੇ ਵਿੱਚ ਵੇਚਣ ਦੀ, ਉਹਨਾਂ ਨੂੰ ਕਿਸੇ ਨੂੰ ਤੁਹਾਡੀ ਸਿਹਤ ਨਾਲ, ਤੁਹਾਡੀ ਹੈਲਥ ਦੇ ਨਾਲ ਮਤਲਬ ਨਹੀਂ ਹੁੰਦਾ ਕਿ ਤੁਸੀਂ ਸਹੀ ਰਹੋ ਜਾਂ ਗਲਤ ਰਹੋ। ਅੱਜ ਬੇਸਿਕਲੀ ਮੈਂ ਜੋ ਗੱਲ ਕਰਨ ਜਾ ਰਿਹਾ, ਮੇਨ 4 ਪੁਆਇੰਟ ਨੇ ਕਿ ਪਾਣੀ ਸਾਡੀ ਬੋਡੀ ਵਿੱਚ ਕੀ ਇੰਪੋਰਟੈਂਸ ਰੱਖਦਾ ਹੈ। ਇੱਕ ਇਹ ਪੁਆਇੰਟ ਹੋਏਗਾ। ਦੂਸਰਾ ਪੁਆਇੰਟ ਹੋਏਗਾ ਕਿ ਪਾਣੀ ਦੇ ਵਿੱਚ ਕਿਹੜੀਆਂ ਹਾਰਮਫੁਲ ਇੰਪਿਓਰਿਟੀਜ਼ ਹੁੰਦੀਆਂ ਆ, ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਫਿਰ ਜੋ ਮਾਰਕੀਟ ਦੇ ਵਿੱਚ ਸਟ੍ਰੈਟਜੀਜ਼ ਨੇ, ਜੋ ਮਾਰਕੀਟ ਦੇ ਪ੍ਰੋਡਕਟਸ ਨੇ, ਉਹ ਕਿਸ ਤਰੀਕੇ ਦੇ ਨਾਲ ਵਾਟਰ ਨੂੰ ਪਿਊਰੀਫਾਈ ਕਰਦੇ ਨੇ, ਉਹਨਾਂ ਦੇ ਐਡਵਾਂਟੇਜ ਔਰ ਡਿਸਐਡਵਾਂਟੇਜ ਬਾਰੇ ਆਪਾਂ ਪੜ੍ਹਾਂਗੇ। ਔਰ ਲਾਸਟ ਪੁਆਇੰਟ 'ਤੇ ਮੈਂ ਡਿਸਕਸ ਕਰਾਂਗਾ ਕਿ ਜੋ ਬੈਸਟ ਪਿਊਰੀਫਾਇਰ ਹੈ ਉਹ ਕਿਹੜਾ ਹੈ। ਆਓ ਆਪਾਂ ਸ਼ੁਰੂਆਤ ਕਰਦੇ ਹਾਂ ਫਸਟ ਪੁਆਇੰਟ 'ਤੇ ਕਿ ਬੋਡੀ ਦੇ ਵਿੱਚ ਪਾਣੀ ਕੀ ਇੰਪੋਰਟੈਂਸ ਰੱਖਦਾ ਹੈ। ਜਿੱਦਾਂ ਕਿ ਤੁਸੀਂ ਵੇਖ ਰਹੇ ਹੋ ਸਕਰੀਨ ਦੇ ਉੱਤੇ ਕਿ 70% ਆਫ ਵਾਟਰ ਇਨ ਬੋਡੀ, ਕਿ ਸਾਡੀ ਬੋਡੀ ਦੇ ਵਿੱਚ ਜੋ ਸਾਡੀ ਬੋਡੀ ਦਾ ਵੇਟ ਆ, ਉਹਦੇ ਅਕੋਰਡਿੰਗ 70% ਸਾਡੀ ਬੋਡੀ ਦੇ ਵਿੱਚ ਵਾਟਰ ਦੀ ਮਾਤਰਾ ਹੈ। ਸਾਡੇ ਬ੍ਰੇਨ ਵਿੱਚ 75% ਤੱਕ ਵਾਟਰ ਹੈ, ਸਾਡੇ ਹਾਰਟ ਵਿੱਚ 83% ਤੱਕ, ਸਾਡੇ ਲੀਵਰ ਵਿੱਚ 72% ਤੱਕ, ਸਾਡੀ ਕਿਡਨੀ ਵਿੱਚ 79% ਤੱਕ, ਬਲੱਡ ਵਿੱਚ 90% ਤੱਕ, ਔਰ ਲੰਗਸ ਵਿੱਚ 69% ਆਫ ਵਾਟਰ ਆ, ਜਿਹਦੇ ਨਾਲ ਸਾਡੀ ਬੋਡੀ ਵਰਕ ਕਰਦੀ ਹੈ। ਔਰ ਆਪਾਂ ਜੋ ਵੀ ਖਾਣਾ ਪੀਣਾ ਖਾ ਰਹੇ ਹਾਂ, ਖਾਣਾ ਖਾ ਕੇ ਉਹਨੂੰ ਡਿਜ਼ੋਲਵ ਕਰਕੇ ਔਰ ਵਾਟਰ ਦੇ ਥਰੂ ਆਪਣੇ ਸੈਲਸ ਨੂੰ ਆਪਾਂ ਐਨਰਜੀ ਪ੍ਰੋਵਾਈਡ ਕਰਦੇ ਅਤੇ ਸਾਡੇ ਸੈਲਸ ਬੋਡੀ ਦੇ ਵਿੱਚ ਵਰਕ ਕਰਦੇ ਨੇ। ਇਸ ਕਰਕੇ ਹੈ ਕਿ ਇਨਸਾਨ ਖਾਣੇ ਤੋਂ ਬਗੈਰ ਰਹਿ ਸਕਦਾ ਹੈ, ਲੇਕਿਨ ਪਾਣੀ ਤੋਂ ਬਗੈਰ ਰਹਿਣਾ ਕਾਫੀ ਹੱਦ ਤੱਕ ਮੁਸ਼ਕਿਲ, ਕਿਉਂਕਿ ਆਪਣੀ ਬੋਡੀ ਦੇ ਵਿੱਚ ਬੋਡੀ ਦੇ 3 ਹਿੱਸੇ ਪਾਣੀ ਦੇ ਨਾਲ ਚੱਲਦੇ ਨੇ। ਠੀਕ ਹੈ ਜੀ। ਨੈਕਸਟ 'ਤੇ ਸਲਾਈਡ 'ਤੇ ਆਪਾਂ ਤੁਹਾਨੂੰ ਦੱਸਣ ਜਾ ਰਹੇ ਕਿ ਜੋ pH ਵੈਲਿਊ ਆ,
ਪਾਣੀ ਤੇ ਆਪਾਂ ਨੂੰ ਪਤਾ ਹੈ ਕਿ ਪਾਣੀ ਹੈਗਾ ਆ, ਬਟ ਪਾਣੀ ਦੇ ਵਿੱਚ ਜੋ ਪਾਣੀ ਦੀ ਜੋ ਮੇਨ ਮੈਟਰ ਹੁੰਦਾ ਹੈ ਕਿ pH ਵੈਲਿਊ, ਉਹਦੀ pH ਵੈਲਿਊ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਆਪਾਂ ਨੂੰ ਹਰ ਕਿਸੇ ਚੀਜ਼ ਦੀ ਐਸਿਡਿਕ ਔਰ ਐਲਕਲੀਨ, ਅੱਜ ਦੀ ਤਰੀਕ ਵਿੱਚ ਬਹੁਤ ਜ਼ਿਆਦਾ ਤੇਜ਼ਾਬ ਦੀ ਮਾਤਰਾ, ਹਰ ਕੋਈ ਪਰਸਨ ਗੈਸ ਦੀ ਟੈਬਲੇਟ ਖਾ ਰਿਹਾ, ਗੈਸਟ੍ਰਿਕ ਦੀ ਗੱਲ, DSR ਦੀ ਮੈਡੀਸਨ ਖਾ ਰਿਹਾ। ਕੋਈ ਵੀ ਮੈਡੀਸਨ ਖਾਣੀ ਪੈਂਦੀ ਉਹਦੇ ਨਾਲ DSR ਖਾਣਾ ਪੈਂਦਾ। ਕਿਉਂ ਖਾਣਾ ਪੈਂਦਾ? ਕਿਉਂਕਿ DSR ਖਾਣ ਦੀ ਲੋੜ ਤਾਂ ਪੈਂਦੀ ਹੈ ਕਿ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਐਸਿਡਿਕ ਜ਼ਿਆਦਾ ਖਾਂਦੇ ਹਾਂ, ਜਦੋਂ ਸਾਡੀ ਬੋਡੀ ਦੇ ਵਿੱਚ ਐਸਿਡਿਕ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਆਪਾਂ ਨੂੰ ਫਿਰ DSR ਖਾਣਾ ਪੈਂਦਾ, ਜਿਹਦੇ ਨਾਲ ਗੈਸ ਨੂੰ ਕੰਟਰੋਲ ਕੀਤਾ ਜਾਏ ਅਤੇ ਸਾਨੂੰ ਉਹ ਚੀਜ਼ ਅਸਰ ਕਰੇ। ਇਸ ਕਰਕੇ ਪਾਣੀ, ਤਾਂ ਹੀ ਡਾਕਟਰ ਕਹਿੰਦੇ ਨੇ ਕਿ ਪਾਣੀ ਵੱਧ ਤੋਂ ਵੱਧ ਪੀਓ। ਜਿੰਨਾ ਵੱਧ ਪਾਣੀ ਪੀਓਗੇ ਉਨਾ ਤੁਹਾਡੀ ਬੋਡੀ ਅੰਦਰੋਂ ਵਾਸ਼ ਹੋਏਗੀ, ਡਿਟੋਕਸੀਫਿਕੇਸ਼ਨ ਹੋਏਗੀ ਔਰ ਸਫਾਈ ਰਹੇਗੀ। pH ਵੈਲਿਊ ਬਹੁਤ ਮੈਟਰ ਕਰਦੀ ਹੈ ਤੁਹਾਡੇ ਪਾਣੀ ਦੀ। ਹਮੇਸ਼ਾ ਪਾਣੀ ਦੀ pH ਵੈਲਿਊ 7 ਐਂਡ ਅਬਵ ਹੋਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋਗੇ ਕਿ ਵਰਲਡ ਦੇ ਵਿੱਚ 2 ਕੰਟਰੀਆਂ ਨੇ, ਇੱਕ ਫਿਜੀ ਔਰ ਫਰਾਂਸ ਕਰਕੇ ਕੰਟਰੀ ਹੈ, ਜਿਨ੍ਹਾਂ ਦੀ pH ਵੈਲਿਊ ਪਾਣੀ ਦੀ 9.5 ਤੱਕ ਹੈਗੀ ਹੈ। ਪਰ 9.5 ਤੱਕ pH ਵੈਲਿਊ ਹੋਣ ਦੇ ਨਾਲ ਕੀ ਹੈ ਕਿ ਉਹ ਬੋਡੀ ਦੇ ਉਹ ਪਾਣੀ ਐਲਕਲੀਨ ਦੀ ਮਾਤਰਾ ਜ਼ਿਆਦਾ ਹੈ। ਉੱਥੇ ਤੁਸੀਂ ਡਿਸੀਜ਼ਿਸ ਦੀ ਮਾਤਰਾ ਚੈੱਕ ਕਰ ਸਕਦੇ ਹੋ ਕਿ 1000 ਬੰਦੇ ਪਿੱਛੇ ਇੱਕ ਬੰਦਾ ਬਿਮਾਰ ਹੋਏਗਾ, ਅਤੇ ਐਜ਼ ਕੰਪੇਅਰ ਟੂ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਵਿੱਚ ਹਰ ਇੱਕ ਪਰਸਨ ਤੋਂ ਬਾਅਦ ਦੂਸਰਾ ਪਰਸਨ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋਏਗਾ। ਔਰ ਈਵਨ ਕਿ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਮੈਡੀਸਨ ਖਾ ਰਿਹਾ ਕੋਈ ਨਾ ਕੋਈ ਰੀਜ਼ਨ ਕਰਕੇ, ਕਿਉਂਕਿ ਜੋ ਕਿ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਕਿ ਬੋਡੀ ਦੇ ਵਿੱਚ 70% ਤੱਕ ਪਾਣੀ ਹੈ, ਅਤੇ ਆਪਾਂ ਜੇ ਅਗਰ ਪਾਣੀ ਆਪਣਾ ਸਹੀ ਨਹੀਂ ਹੋਏਗਾ ਤਾਂ ਆਪਾਂ ਨੂੰ ਮੈਡੀਸਨ ਹੀ ਖਾਣੀ ਪਏਗੀ। ਨਹੀਂ ਤਾਂ ਪਾਣੀ ਬਹੁਤ ਵੱਡੀਆਂ ਪ੍ਰੋਬਲਮਸ ਨੂੰ ਸਲਿਊਟ ਕਰ ਦਿੰਦਾ, ਰਿਜ਼ੋਲਵ ਕਰਕੇ ਸਹੀ ਕਰ ਦਿੰਦਾ ਹੈ, ਅਗਰ ਪਾਣੀ ਆਪਾਂ ਚੰਗਾ ਪੀ ਰਹੇ ਹਾਂ। ਇਸ ਕਰਕੇ ਕੋਸ਼ਿਸ਼ ਕਰੋ ਆਪਣੇ ਪਾਣੀ ਦੀ pH ਵੈਲਿਊ ਜ਼ਰੂਰ ਚੈੱਕ ਕਰੋ। ਹਮੇਸ਼ਾ ਜਾਂ 7 ਐਂਡ 7 ਐਂਡ ਅਬਵ ਹੋਣੀ ਚਾਹੀਦੀ ਹੈ, ਉਹ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਮਿਨੀਮਮ 6.8 ਲਾਸਟ। ਇਸ ਤੋਂ ਥੱਲੇ ਅਗਰ ਤੁਹਾਡੀ 6 ਆ ਤਾਂ ਕੋਸ਼ਿਸ਼ ਕਰੋ ਆਪਣੇ ਪਾਣੀ ਦਾ ਲੈਵਲ ਨੂੰ, ਪਾਣੀ ਨੂੰ ਆਪਾਂ ਅਲਕਲੀਨ ਕਨਵਰਟ ਕੀਤਾ ਜਾਏ, ਅਲਕਲੀਨ ਪਾਣੀ ਹੀ ਪੀਤਾ ਜਾਵੇ। ਨੈਕਸਟ 'ਤੇ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਸੈਕਿੰਡ ਪੁਆਇੰਟ, ਜਿਹਦੇ ਬਾਰੇ ਮੈਂ ਗੱਲ ਕੀਤਾ ਕਿ ਪਾਣੀ ਦੇ ਵਿੱਚ ਇੰਪਿਓਰਿਟੀਜ਼ ਕਿਹੜੀ ਹੁੰਦੀ ਹੈ। ਉਹਨੂੰ ਜੋ ਸਾਡੇ ਰਿਸਰਚ ਵਾਲੇ ਨੇ ਉਹਨਾਂ ਨੇ 3 ਹਿੱਸੇ 'ਚ ਕਨਵਰਟ ਕੀਤਾ ਹੋਇਆ, 3 ਹਿੱਸੇ 'ਚ ਪਾਰਟੀਸ਼ਨ ਕੀਤੀ ਹੈ। ਫਸਟ ਇੰਪਿਓਰਿਟੀਜ਼ ਹੈ ਜੋ ਕਿ ਫਿਜ਼ੀਕਲ ਇੰਪਿਓਰਿਟੀਜ਼, ਸੈਕਿੰਡ ਪਾਰਟ ਹੈ ਕੈਮੀਕਲ ਇੰਪਿਓਰਿਟੀਜ਼, ਥਰਡ ਪਾਰਟ ਹੈ ਬਾਇਓਲੋਜੀਕਲ ਇੰਪਿਓਰਿਟੀਜ਼। ਫਿਜ਼ੀਕਲ ਇੰਪਿਓਰਿਟੀਜ਼ ਹੈ ਜੋ ਕਿ ਕਹਿ ਸਕਦੇ ਹਾਂ ਕਿ ਜੋ ਅੱਖਾਂ ਨਾਲ ਆਪਾਂ ਨੂੰ ਵਿਜ਼ੀਬਲ ਹੈ, ਆਪਾਂ ਜਿਹਨਾਂ ਨੂੰ ਆਪਾਂ ਦੇਖ ਸਕਦੇ ਹਾਂ ਪਾਣੀ ਦੇ ਵਿੱਚ, ਲਾਈਕ ਮਡ, ਸੈਂਡ, ਫਲਾਈ ਐਸ਼, ਮੈਟਲ, ਸੋਡੀਅਮ ਸਾਲਟ ਐਕਸੈਟਰਾ, ਕੁਝ ਵੀ ਹੋ ਸਕਦਾ ਜੋ ਕਿ ਵਿਜ਼ੂਅਲੀ ਤੁਸੀਂ ਅੱਖਾਂ ਨਾਲ ਵੇਖ ਸਕਦੇ ਹੋ। ਕੈਮੀਕਲ ਇੰਪਿਓਰਿਟੀਜ਼ ਕਲੋਰੀਨ, ਐਸਿਡਿਕ, ਇਨਆਰਗੈਨਿਕ ਕੰਪਾਊਂਡ, ਆਰਗੈਨਿਕ ਕੰਪਾਊਂਡ, ਕੁਛ ਵੀ ਇਹੋ ਜਿਹੇ ਜੋ ਕਿ ਕੈਮੀਕਲ ਵੇ ਦੇ ਨਾਲ ਕੋਈ ਸਮੈਲ ਆ ਰਹੀ ਹੈ, ਬਹੁਤ ਡਰਟੀ ਸਮੈਲ ਆ ਰਹੀ ਹੈ, ਜੋ ਤੁਸੀਂ ਨੇਕਡ ਆਈਸ ਨਹੀਂ ਦੇਖ ਸਕਦੇ, ਬਟ ਉਹ ਕਿਤੇ ਨਾ ਕਿਤੇ ਉਹਦੇ ਅੰਦਰ ਬਦਬੂ ਵਗੈਰਾ ਕੁਛ ਆ ਰਹੀ ਹੈ, ਉਹ ਕੈਮੀਕਲ ਇੰਪਿਓਰਿਟੀਜ਼। ਬਾਇਓਲੋਜੀਕਲ ਇੰਪਿਓਰਿਟੀਜ਼, ਤੁਸੀਂ ਪਾਣੀ ਬਹੁਤ ਸਾਫ਼ ਆ, ਤੁਸੀਂ ਰਿਵਰ ਦਾ ਪਾਣੀ ਲੈ ਰਹੇ ਹੋ, ਤੁਸੀਂ ਕਿਤੋਂ ਵੀ ਪਾਣੀ ਲੈ ਰਹੇ ਹੋ, ਅਗਰ ਵੈਲ ਦਾ ਪਾਣੀ ਲੈ ਰਹੇ ਹੋ, ਲੇਕਿਨ ਉਹਦੇ ਪਾਣੀ ਦੇ ਵਿੱਚ ਜੋ ਕहीं ਮਾਈਕਰੋਬੀਅਲ ਬੈਕਟੀਰੀਆ ਹੈ, ਵਾਇਰਸ ਹੈ, ਐਲਗੀ ਹੈ, ਬੈਕਟੀਰੀਆ ਹੈ, ਪ੍ਰੋਟੋਜ਼ੋਆ ਹੈ, ਪੈਰਾਸਾਈਟਸ, ਉਹਨਾਂ ਚੀਜ਼ਾਂ ਨੂੰ ਤੁਸੀਂ ਵਿਜ਼ੂਅਲੀ ਅੱਖ ਦੇ ਨੇਕਡ ਆਈਸ ਦੇ ਨਾਲ ਨਹੀਂ ਵੇਖ ਸਕਦੇ। ਸਿਸਟ ਵਗੈਰਾ ਹੈ, ਉਹਨਾਂ ਨੂੰ ਬਾਇਓਲੋਜੀਕਲ ਇੰਪਿਓਰਿਟੀਜ਼ ਕਿਹਾ ਜਾਂਦਾ, ਜਿਹਦੇ ਕਰਕੇ ਆਪਾਂ ਨੂੰ RO ਫਿਲਟਰ ਘਰ ਦੇ ਵਿੱਚ ਲਵਾਉਣਾ ਪੈ ਰਿਹਾ ਅੱਜ ਦੀ ਤਰੀਕ ਦੇ ਵਿੱਚ। ਇਹ 3 ਟਾਈਪ ਦੀਆਂ ਇੰਪਿਓਰਿਟੀਜ਼ ਹੈ। ਇੰਪੋਰਟੈਂਟਸ ਕੀ ਕਰਦਾ ਹੈ ਸਾਡੀ ਬੋਡੀ ਦੇ ਵਿੱਚ? ਇੰਪੋਰਟੈਂਟਸ ਕੀ ਕਰਦਾ ਹੈ ਬੋਡੀ ਦੇ ਵਿੱਚ? ਪਾਣੀ ਨੂੰ ਸਾਡੀ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈ, ਸਾਨੂੰ ਹਰ ਟਾਈਮ ਐਨਰਜੈਟਿਕ ਰੱਖਦਾ ਹੈ, ਸਾਡੀ ਸਕਿਨ ਨੂੰ ਹੈਲਥੀ ਰੱਖਦਾ ਹੈ, ਸਾਡੀ ਬੋਡੀ ਵਿੱਚ ਜੋ ਟੌਕਸਿਨਸ ਵਗੈਰਾ ਉਹਨਾਂ ਨੂੰ ਬਾਹਰ ਕਰਦਾ ਹੈ। ਇਸ ਕਰਕੇ ਆਪਾਂ ਨੂੰ ਹਰ ਟਾਈਮ ਸਾਫ਼ ਸੁਥਰਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਹੁਣ ਮਾਰਕੀਟ ਦੇ ਵਿੱਚ ਜੋ ਥਰਡ ਪੁਆਇੰਟ ਹੈ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਕਿ ਮਾਰਕੀਟ ਵਿੱਚ ਜੋ ਪ੍ਰੋਡਕਟਸ ਮਿਲ ਰਹੇ ਨੇ ਉਹ ਆਪਣੀ ਕਿਸ ਸਟ੍ਰੈਟਜੀਸ 'ਤੇ ਵਰਕ ਕਰ ਰਹੇ ਨੇ। ਉਹ ਕੀ ਕਹਿ ਰਹੇ ਨੇ ਕਿ ਅਸੀਂ ਆਪਣੇ ਫਿਲਟਰ ਦੇ ਵਿੱਚ ਇਨਕਰੀਜ਼ ਫਿਲਟਰ ਸਟੇਜਿਸ, ਉਹ ਆਪਣੇ ਫਿਲਟਰ ਦੀਆਂ ਸਟੇਜਿਸ ਨੂੰ ਵਧਾ ਦਿੰਦੇ ਆ। ਐਂਟੀ ਸਕੇਲ ਫਿਲਟਰ, ਸੈਡੀਮੈਂਟ ਫਿਲਟਰ, ਪ੍ਰੀ ਕਾਰਬਨ ਫਿਲਟਰ, RO ਮੈਂਬਰ, UV ਚੈਂਬਰ, UV ਅਲਟਰਾ ਫਿਲਟਰ, ਕਿ ਅਸੀਂ ਇਹਦੇ 'ਚ ਬਹੁਤ ਫਿਲਟਰਸ ਯੂਜ਼ ਕੀਤੇ ਨੇ। ਉਹ ਅਲੱਗ-ਅਲੱਗ ਆਪਾਂ ਪ੍ਰਮੋਟ ਕਰਨ ਦੇ ਵਿੱਚ ਹੈਲਪ ਦੱਸਦੇ ਨੇ, ਜੋ ਕਿ ਇੱਕ ਯੂਜ਼ ਕੀਤੇ ਹੋਏ ਨੇ ਨਾਮ, ਬਟ ਐਕਚੁਅਲ ਸਾਈਜ਼ ਦੇ ਜੋ ਹੋਣੇ ਚਾਹੀਦੇ ਨੇ ਉਹ ਨਹੀਂ ਉਹਦੇ 'ਚ ਵਰਤੇ ਜਾਂਦੇ। ਐਲਕਲੀਨ ਕਾਰਟ੍ਰਿਜ, ਐਲਕਲੀਨ ਜਿੱਦਾਂ ਕਿ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਦੱਸ ਚੁੱਕਿਆ ਹਾਂ ਕਿ ਆਪਣੀ ਸਲਾਈਡ ਦੇ ਵਿੱਚ ਕਿ pH ਵੈਲਿਊ ਜੇ 7 ਤੋਂ ਉੱਪਰ ਆ ਅਤੇ pH ਵੈਲਿਊ ਤੁਹਾਡੀ ਵਧੀਆ ਆ, ਪਾਣੀ ਐਲਕਲੀਨ ਹੈ। ਅਗਰ 7 ਤੋਂ ਥੱਲੇ ਆ ਤਾਂ ਉਹ ਪਾਣੀ ਤੁਹਾਡਾ ਐਸਿਡਿਕ ਹੈ।
ਹੁਣ ਕੁਛ ਪਿਊਰੀਫਾਇਰ ਆਉਂਦੇ ਨੇ ਜੋ ਯੂਜ਼ ਕਰਦੇ ਨੇ ਕਿ ਅਸੀਂ ਅਲਕਲੀਨ ਕਾਰਟ੍ਰਿਜ ਯੂਜ਼ ਕੀਤੀ ਹੋ, ਜੋ ਕਿ ਕੈਮੀਕਲ ਬੇਸਡ ਆ। ਉਹ ਆਪਣਾ ਹੌਲੀ ਹੌਲੀ ਵਿੱਚ ਵਾਟਰ ਦੇ ਵਿੱਚ ਕੈਮੀਕਲ ਛੱਡੀ ਜਾਂਦੀ ਆ ਤਾਂ ਤੁਹਾਡੇ ਪਾਣੀ ਦੀ pH ਵੈਲਿਊ ਨੂੰ ਇਨਕਰੀਜ਼ ਕਰਦੇ ਜਾਂਦਾ ਹੈ, ਜੋ ਕਿ ਇੱਕ ਕੈਮੀਕਲ ਵੇ ਦੇ ਨਾਲ ਤੁਸੀਂ ਆਪਣੇ ਵਾਟਰ ਨੂੰ ਐਲਕਲੀਨ ਕਰ ਰਹੇ ਹੋ। ਉਹ ਹੌਲੀ ਹੌਲੀ ਉਹ ਕੈਮੀਕਲ ਤੁਹਾਡੀ ਬੋਡੀ ਦੇ ਵਿੱਚ ਡਿਜ਼ੋਲਵ ਹੁੰਦਾ ਜਾਂਦਾ ਹੈ ਔਰ 5-7 ਸਾਲ ਬਾਅਦ ਤੁਹਾਨੂੰ ਕੋਈ ਨਾ ਕੋਈ ਹਾਰਮਫੁਲ ਕੋਈ ਡਿਸੀਜ਼ ਕ੍ਰੀਏਟ ਕਰ ਦਿੰਦਾ, ਕਿਉਂਕਿ ਉਹ ਕੈਮੀਕਲ ਵੇ ਦੇ ਨਾਲ ਆਪਾਂ ਵਾਟਰ ਨੂੰ ਐਲਕਲੀਨ ਕੀਤਾ ਜਾਏ, ਨੈਚੁਰਲ ਵੇ ਦੇ ਨਾਲ ਹੀ ਹੈ। ਸੈਕਿੰਡ ਪੁਆਇੰਟ, ਚੀਪ ਪ੍ਰੋਡਕਟਸ। ਚੀਪ ਕੁਆਲਿਟੀ ਦਾ ਯੂਜ਼ ਕੀਤਾ ਜਾਂਦਾ, ਹਰ ਚੀਜ਼ ਚੀਪ ਪਲਾਸਟਿਕ ਹੁੰਦਾ ਹੈ, ਚੀਪ ਮੈਟਲ ਹੋਏਗਾ, ਚੀਪ UV ਚੈਂਬਰ, ਚੀਪ RO ਮੈਂਬਰ ਜੋ ਕਿ ਚਾਈਨਾ ਤੋਂ ਮੰਗਵਾਇਆ ਜਾਂਦਾ ਹੈ। ਤਾਂ ਫਿਰ ਚੀਪ ਪ੍ਰੋਡਕਟਸ ਦੇ ਫਿਰ ਉਹਨਾਂ ਦਾ ਜੋ ਸਾਈਡ ਇਫੈਕਟ ਹੁੰਦਾ ਹੈ, ਉਹਨਾਂ ਦਾ ਜੋ ਵਾਟਰ ਦੇ ਨਾਲ ਉਹਦਾ ਰਿਐਕਸ਼ਨ ਹੁੰਦਾ ਆ, ਉਹ ਰਿਐਕਸ਼ਨ ਹੋ ਕੇ ਵੀ ਸਾਡੀ ਬੋਡੀ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ਾਂ ਫਿਰ ਨੁਕਸਾਨ ਕਰਦੀਆਂ। ਕਾਫੀ ਕਹਿਣਗੇ ਸਾਡੀ TDS ਕੰਟਰੋਲਰ ਲੱਗਾ ਹੈ। ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ, ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਜਿੰਨਿਆਂ ਦੇ ਵੀ ਫਿਲਟਰ ਹੈ, ਜਿਹੜੇ ਵੀ ਫਿਲਟਰ ਹੈ ਜਿਨ੍ਹਾਂ ਵਿੱਚ TDS ਕੰਟਰੋਲਰ ਲੱਗਿਆ ਹੋਇਆ ਉਹ ਬਿਲਕੁਲ ਗਲਤ ਹੈ। TDS ਕੰਟਰੋਲਰ ਇੱਕ ਬਹੁਤ ਹੀ ਅਲੱਗ ਚੀਜ਼ ਹੈ, ਤੁਹਾਨੂੰ ਮੈਂ ਇਹਨੂੰ ਡਿਟੇਲ 'ਚ ਦੱਸਾਂਗਾ ਨੈਕਸਟ ਅੱਗੇ ਜਾ ਕੇ ਕਿ TDS ਕੰਟਰੋਲਰ ਹੁੰਦਾ ਕੀ ਹੈ, ਇਹ ਕਿਉਂ ਲੱਗਾ ਹੁੰਦਾ ਫਿਲਟਰਾਂ ਦੇ ਵਿੱਚ, ਜਦ ਕਿ ਇਹ ਨਹੀਂ ਲੱਗਣਾ ਚਾਹੀਦਾ। ਅਗਰ ਤੁਹਾਡੇ ਫਿਲਟਰ ਦੇ ਵਿੱਚ TDS ਕੰਟਰੋਲਰ ਲੱਗਾ ਹੋਇਆ ਹੈ ਅਤੇ ਉਹ ਫਿਲਟਰ ਨਹੀਂ ਹੈ, ਉਹ ਜਸਟ ਤੁਹਾਨੂੰ ਇੱਕ ਬੇਵਕੂਫ ਬਣਾਉਣ ਵਾਲੀ ਸਟ੍ਰੈਟਜੀ ਹੈ ਜੋ ਯੂਜ਼ ਕੀਤੀ ਜਾ ਰਹੀ ਹੈ। ਉਹ ਆਪਾਂ ਡਿਟੇਲ 'ਚ ਤੁਹਾਨੂੰ ਅੱਗੇ ਦੱਸਾਂਗੇ। ਲੋਕ ਕਹਿਣਗੇ ਮੈਗਨੈਟਿਕ ਹੈ, ਬੋਇਲਰ ਵਗੈਰਾ ਲੱਗੇ, ਇਹ ਸਾਰੀ ਇੱਕ ਮਾਰਕੀਟਿੰਗ ਗ੍ਰਿਮਿਕਸ ਹੈ ਜੋ ਯੂਜ਼ ਕਰਕੇ ਉਹ ਆਪਣੇ ਪ੍ਰੋਡਕਟਸ ਨੂੰ ਪ੍ਰਮੋਟ ਕਰ ਰਹੀ ਹੈ ਔਰ ਉਹ ਆਪਣੀ ਕੰਪਨੀ ਦੀ ਹਾਈ ਐਡਵਰਟਾਈਜ਼ ਕਰਦੇ ਨੇ, ਪ੍ਰਮੋਟ ਕਰਦੇ ਨੇ ਬਾਰ-ਬਾਰ, ਕਿਉਂਕਿ ਕਰੋੜਾਂ ਰੁਪਇਆ ਉਹ ਇਨਵੈਸਟ ਕਰ ਦਿੰਦੇ ਨੇ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਵਾਸਤੇ। ਅਤੇ ਉਸ ਚੱਕਰ ਦੇ ਵਿੱਚ ਕਿ ਲੋਕਾਂ ਨੂੰ ਮਾਰਕੀਟਿੰਗ ਸਟ੍ਰੈਟਜੀ ਯੂਜ਼ ਕਰਦੇ ਨੇ। ਕੈਮੀਕਲ ਕਾਰਟ੍ਰਿਜ ਵੀ ਕਈ ਕਹਿ ਰਹੇ ਨੇ, ਕਈ ਇਹ ਦਾਅਵਾ ਕਰਦੇ ਨੇ ਕਿ ਸਾਡੇ ਵਿੱਚ ਕੈਮੀਕਲ ਕਾਰਟ੍ਰਿਜ ਹੈ ਜੋ ਕਿ ਮੋਸਟ ਯੂਜ਼ ਕਲੋਰੀਨ ਵਿਚ ਲੌਂਗ ਟਾਈਮ ਸਾਈਡ ਇਫੈਕਟ, ਕਈ ਯੂਜ਼ ਕਰਦੇ ਕਿ ਉਹਦੇ ਵਿੱਚ ਕੈਮੀਕਲ ਕਾਰਟ੍ਰਿਜ ਹੁੰਦੀ ਕੀ ਹੈ। ਕਾਫੀ ਲੋਕਾਂ ਨੂੰ ਤੁਸੀਂ ਪੁੱਛੋਗੇ, ਅਗਰ ਟੈਕਨੀਸ਼ੀਅਨ ਪਰਸਨ ਨੂੰ ਪੁੱਛੋਗੇ ਤਾਂ ਉਹ ਤੁਹਾਨੂੰ ਦੱਸ ਨਹੀਂ ਪਾਏਗਾ ਕਿ ਕੈਮੀਕਲ ਕਾਰਟ੍ਰਿਜ ਹੈ ਕੀ ਹੈ। ਅਸਲ 'ਤੇ ਉਹ ਕਲੋਰੀਨ ਹੁੰਦੀ ਹੈ ਜੋ ਕਿ ਇੱਕ ਵੱਡੇ ਟੈਂਕ ਦੇ ਵਿੱਚ ਜਾਂ ਸਵਿਮਿੰਗ ਪੂਲਾਂ ਵਿੱਚ ਪਾਇਆ ਜਾਂਦਾ ਹੈ ਕੈਮੀਕਲ ਕਲੋਰੀਨ, ਜਿਹਦੇ ਨਾਲ ਕਿ ਪਾਣੀ ਦੇ ਵਿੱਚ ਜਾਲਾ ਵਗੈਰਾ ਨਹੀਂ ਲੱਗਦਾ ਔਰ ਪਾਣੀ ਸਾਫ਼ ਲੱਗਦਾ ਹੈ ਔਰ ਉਹਦੇ ਉੱਤੇ ਮੁਲਾਇਮ ਜਿਹਾ ਵਗੈਰਾ ਉਹਦੀ ਕੋਈ ਵੀ ਡਸਟ ਨਹੀਂ ਪੈਂਦੀ ਅਤੇ ਆਪਾਂ ਨੂੰ ਲੱਗਦਾ ਪਾਣੀ ਬਹੁਤ ਕਲੀਨ ਹੈ, ਬਿਲਕੁਲ ਸਾਫ਼। ਆਪਾਂ ਸਵਿਮਿੰਗ ਪੂਲ ਜਾਂ ਆਪਾਂ ਕਿਤੇ ਵੀ ਵਾਟਰ ਪਾਰਕ ਲਿਖਿਆ ਹੋਵੇ ਤਾਂ ਉਹਦੇ ਵਿੱਚ ਸਾਈਡ 'ਤੇ ਨੋਟਿਸ ਲਿਖਿਆ ਹੁੰਦਾ ਦਿਸ ਵਾਟਰ ਇਜ਼ ਨੋਟ ਫॉर ਡਰਿੰਕਿੰਗ ਬਿਕੋਜ਼ ਦੇਰ ਇਜ਼ ਹਿਊਜ ਅਮਾਊਂਟ ਆਫ ਕਲੋਰੀਨ ਵਾਜ਼ ਐਡਿਡ। ਇਸ ਕਰਕੇ ਆਪਾਂ ਨੂੰ ਕਲੋਰੀਨ ਤੋਂ ਬਚਣਾ ਚਾਹੀਦਾ। ਸਾਡੇ ਫਿਲਟਰ ਦੇ ਵਿੱਚ ਕੁਆਲਿਟੀ ਹੋਣੀ ਚਾਹੀਦੀ ਕਲੋਰੀਨ ਨੂੰ ਰਿਮੂਵ ਕਰਨ ਦੀ, ਨਾ ਕਿ ਕਲੋਰੀਨ ਨੂੰ ਐਡ ਕਰਨ ਦੀ। UV ਚੈਂਬਰ, ਕਾਫੀ ਲੋਕਾਂ ਨੂੰ ਆਪਾਂ ਪੁੱਛ ਸਕਦੇ ਹਾਂ, ਅਗਰ ਆਪਾਂ ਸਰਵਿਸ ਵਾਲਿਆਂ ਨੂੰ ਅਗਰ ਪੁੱਛਿਆ ਤੇ ਕਿ ਇਸ ਨੂੰ ਆਪਾਂ RO ਮੈਂਬਰ ਨੂੰ ਕਲੀਨ ਕਰੋ, ਉਹ ਸਫਾਈ ਨਹੀਂ ਕਰ ਸਕਦੇ। ਉਹ ਕਹਿਣਗੇ ਜਦੋਂ ਇਹ ਚੋਕ ਹੋਏਗੀ ਇਹਨੂੰ ਜਸਟ ਰਿਪਲੇਸ ਕੀਤਾ ਜਾਂਦਾ ਹੈ, ਆਪਾਂ ਕਲੀਨ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਇਹਨੂੰ ਵਰਤਣਾ ਕਿੱਦਾਂ ਹੈ, ਕਿਉਂਕਿ ਉਹ ਚਾਈਨਾ ਮੇਡ ਪ੍ਰੋਡਕਟ ਹੁੰਦਾ ਹੈ, ਫੁੱਲ ਸੀਲਡ ਹੁੰਦਾ ਹੈ ਅਤੇ ਤੁਸੀਂ ਉਹਨੂੰ ਖੋਲ੍ਹ ਕੇ ਯੂਜ਼ ਨਹੀਂ ਕਰ ਸਕਦੇ, ਵੇਖ ਨਹੀਂ ਸਕਦੇ। ਤੁਸੀਂ ਉਹਨੂੰ ਪੈਕਡ ਹੁੰਦਾ ਹੈ, ਜਦੋਂ ਬੰਦ ਹੋ ਜਾਂਦੀ ਚੌਕ ਹੋ ਜਾਂਦੀ ਉਹਨੂੰ ਰਿਪਲੇਸ ਕਰਕੇ ਨਵਾਂ ਉਹਦੇ ਜਗ੍ਹਾ ਇੰਸਟਾਲ ਕਰ ਸਕਦੇ ਆ। ਇਹਨੂੰ ਕੋਈ ਵੀ ਸਰਵਿਸ ਪਰਸਨ ਵੀ ਆ ਕੇ ਇਹਨੂੰ ਕਲੀਨ ਨਹੀਂ ਕਰਦਾ, ਚੇਂਜ ਨਹੀਂ ਕਰਦਾ। ਨੈਕਸਟ ਮੈਂ ਰਿਕਮੈਂਡ ਕਰਨਾ ਚਾਹੁੰਦਾ ਸ਼ਾਰਪ ਵਾਟਰ ਪਿਊਰੀਫਾਇਰ, ਜੋ ਕਿ ਉਹ ਬਹੁਤ ਵਧੀਆ ਜ਼ਬਰਦਸਤ ਟੈਕਨੀਕ ਔਰ ਜਾਪਾਨ ਦੀ ਖੋਜ ਵੱਲੋਂ ਤਿਆਰ ਕੀਤਾ ਗਿਆ, ਕਿਉਂਕਿ ਸ਼ਾਰਪ ਇੱਕ ਬਹੁਤ ਰਿਪਿਊਟਡ ਫਰਮ ਹੈ, ਆਰਗੇਨਾਈਜੇਸ਼ਨ ਹੈ ਜੋ ਕਿ ਜਾਪਾਨ ਤੋਂ ਹੈ ਔਰ ਜਾਪਾਨ ਨੂੰ ਅਸੀਂ ਇੱਕ ਕ੍ਰੈਡੀਬਲ ਕੰਟਰੀ ਔਰ ਕ੍ਰੈਡੀਬਲ ਮੰਨਿਆ ਜਾਂਦਾ ਹੈ। ਕਿਉਂਕਿ ਜਾਪਾਨ ਦੀ ਰਿਸਰਚ ਸਭ ਤੋਂ ਜ਼ਿਆਦਾ ਵਰਲਡ ਦੇ ਵਿੱਚ ਰਿਸਰਚ ਜਾਪਾਨ ਕਰਦਾ ਹੈ ਔਰ ਜਿੰਨੇ ਵੀ ਜਾਪਾਨ ਦੀਆਂ ਜੋ ਮੇਡ ਇਨ ਜਾਪਾਨ ਜਾਂ ਮੇਡ ਇਨ ਜਾਪਾਨ ਤੋਂ ਰਿਸਰਚ ਹੋ ਕੇ ਪ੍ਰੋਡਕਟਸ ਆਉਂਦੇ ਨੇ ਉਹ ਵਰਲਡ ਦੇ ਵਿੱਚ ਟੋਪ ਦੇ ਵਿੱਚ ਹੁੰਦੇ ਨੇ, ਕਿਉਂਕਿ ਉਹ ਪ੍ਰੋਪਰ ਸਹੀ ਤਰੀਕੇ ਨਾਲ ਉਹਨਾਂ ਦੇ ਉੱਤੇ ਉਹ ਰਿਸਰਚ ਕਰਕੇ ਉਸ ਚੀਜ਼ ਨੂੰ ਤਿਆਰ ਕਰਦੇ ਆ। ਵੈਸਟੀ ਦੇ ਨਾਲ ਜੋ ਟਾਈਅਪ ਹੈ ਔਰ ਇਹਦੇ ਵਿੱਚ ਜੋ ਫਿਲਟਰ ਯੂਜ਼ ਕੀਤੇ ਗਏ ਨੇ, ਫਸਟ ਫਿਲਟਰ ਹੈ PP ਫਿਲਟਰ, ਜਿਸ ਦਾ ਨਾਮ ਫੁੱਲ ਫੋਮ ਹੈ ਪੋਲੀਪ੍ਰੋਪਿਲੀਨ ਫਿਲਟਰ। ਸੈਕਿੰਡ ਫਿਲਟਰ ਹੈ ਕਾਰਬਨ ਫਿਲਟਰ। ਥਰਡ ਫਿਲਟਰ ਹੈ RO ਮੈਂਬਰਨ ਔਰ ਫੋਰਥ ਫਿਲਟਰ ਹੈ AF ਡਿਸਟ੍ਰਿਪਟਰ। ਇਹਨਾਂ ਬਾਰੇ ਮੈਂ ਡਿਟੇਲ 'ਚ ਜਾਣਕਾਰੀ ਦਿੰਦਾ ਕਿ ਜੋ ਪੋਲੀਪ੍ਰੋਪਿਲੀਨ ਫਿਲਟਰ ਹੈ ਇਹ ਇੱਕ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਹੈ। ਇਸ ਦਾ ਸਾਈਜ਼ ਫਿਲਟਰ ਦਾ ਸਭ ਤੋਂ ਵੱਡਾ ਹੁੰਦਾ, ਕਿਉਂਕਿ ਮੇਨ ਫਿਲਟਰ ਹੈ ਜਿਸ ਨੇ ਸਭ ਤੋਂ ਪਹਿਲਾਂ ਸੈਂਡ, ਮਡ, ਸਸਪੈਂਡਡ ਸੋਲਿਡਸ ਨੂੰ ਫਿਲਟਰ ਕਰਨਾ ਹੈ।
अगर तुहाडा पानी दा TDS बहुत वधिया है ऑलरेडी प्रीवियस पानी का, तो ये फिल्टर की मिनीमम लाइफ 6 ईयर है, 6 मंथ है। और अगर अपना पानी की क्वालिटी वधिया है तो आप इनू 1 ईयर तक भी जा सकता है, डिपेंड ऑन तुहाडा एग्जिस्टिंग जो पानी है जिस दे नाल तुसीं इनू कनैक्ट कर रहे हो। म्यूनसिपलिटी के वाटर नाल कनैक्ट कर रहे हो तो ज़्यादा बैटर रहेगा। अगर तुसीं अपने बोरवैल के नाल कॉन्टैक्ट कर रहे हो तो डिपेंड करता तुहाडे पानी की प्रीवियस की क्वालिटी। अगर वो चंगा है तो लाइफ ज़्यादा होएगी, अगर पानी ज़्यादा माड़ा है तो लाइफ उन्नी शॉर्ट होएगी, डिपेंड ऑन द TDS क्वालिटी। ठीक है जी, प्रॉपरली। सैकेंड फिल्टर होंदा है कार्बन फिल्टर, जो कि बहुत मोर ग्रैनुअल और डेंस है हुंदा है। ये पानी विचों ऑर्गेनिक कंपाउंड क्लोरीन नू रिमूव करता है, वाटर नू टेस्टी, स्मैल नू इंप्रूव करता है। ये फिल्टर की लाइफ 8 मंथ है मिनीमम, बाकी डिपेंड करता है तुहाडी वाटर की क्वालिटी ते जो एग्जिस्टिंग है। नैक्सट जो कि RO मैंबरन, अपनी जो RO मैंबरन है, तुसीं जिन्ने भी फिल्टर वेख लोगे, किट ते वेख लोगे, लिव प्योर ते वेख लोगे, अनदर कोई भी ब्रांड जो मार्केट दे विच आ रहा उन्हां दे विच RO मैंबरन जां तो मेड इन इंडिया जां फिर मेड इन चाइना की यूज़ की जाती है। 90% प्रोडक्ट्स दे विच मेड इन चाइना यूज़ की जाती है। और चाइना की प्रोडक्ट्स की क्वालिटी की है तुसीं सारे चंगी तरह जानते हो। और जो वेस्टी का शार्प वाटर प्यूरीफायर है, ये USA की प्रीमियम क्वालिटी की मैंबरन यूज़ की जाती है, जो कि हैवी मैटल, इनऑर्गेनिक साल्ट एंड ऑर्गेनिक सबसटेंस को रिमूव करती है। इस फिल्टर की लाइफ 24 मंथ है, यानी कि 2 साल तक की लाइफ है। 2 साल तक ये फिल्टर में कोई प्रॉब्लम नहीं। और इस फिल्टर को आप ओपन करके आप इसकी सर्विस कर सकते विद 3 मंथ 6 मंथ के अंदर अकॉर्डिंग टू वाटर स्टेज। अगर साਡਾ पानी ज़्यादा गंदा है तो आप इसकी सर्विस कर सकते, इनू खोल के क्लीन भी कर सकते हो। जद कि बाकी एज़ कंपेयर टू मार्केट के चैक कर सकते हो तो तुसीं कोई भी RO मैंबर नूं खोल के सफाई नहीं कर सकते और इसमें साफ करके रीयूज़ कर सकते हो। और 24 मंथ तक लाइफ है इसकी मिनिमम। नैक्सट पॉइंट जो AF डिस्ट्रप्टर है, जो कि मेन फिल्टर है, शार्प दावा करता है कि इस टाइप का फिल्टर और किसी भी प्यूरीफायर के विच नहीं होता। AF डिस्ट्रप्टर का मीन है इनू स्पैशल जाके तो नैनो एलमोनियम फैब्रिक नाम से तैयार किया गया है। और ये तकनीक जो है जो कि अलग यूज़ की गई इस फिल्टर के विच, इसलिए मैं तकनीक में दसदा कि जो अपनी मार्केट के स्ट्रैटजीज ने, जो मार्केट की जो स्ट्रैटजी है, जो आप नॉर्मली अपने घर के फिल्टर लगे होंगे वो की करते, जो रॉ वाटर आया फिर वो पास होता सैडीमेंटरी फिल्टर, फिर एक्टिवेटेड कार्बन के विच, उस तो बाद UF चैंबर एंड RO मैंबर के विचों पास होके डर्टी वाटर रिमूव हो जाता है। दैन TDS कंट्रोलर की करता है कि पानी जो है 70% तक जो RO तो फिल्टर होकर पानी नू RO अपना उस तो बाद अपने UV चैंबर के विच भेज दिंदा है। 30% तक पानी नू डायरैक्ट चैंबर के विच ट्रांसफर कर दिंदा है, जिहदे नाल की हुंदा है कि 70% डैड वाटर, 30% डायरैक्ट टैप वाटर नू ऐड कर देंगे। तो फिर आपां नू TDS चैक करके दस देंगे कि तुहाडे वाटर का TDS कितना है। आपां कहने 100 आ गया, 150 आ गया, बहुत वधिया वाटर है, जो कि एक बहुत ही गलत वे दे नाल उस चीज़ को कन्वर्ट किया जाता है। और वेस्टी का जो शार्प वाटर प्यूरीफायर वो TDS कंट्रोलर ना की कोई चीज़ नहीं है, वो कंट्रोलर नहीं, उन्हें फिल्टर तो ही फिल्टर प्यूरीफाई करके तुहानू वाटर नू इस लैवल पर करके देना। और इस फिल्टर के 2000 TDS तक के वाटर नू फिल्टर करके 100 150 में कन्वर्ट कर सकता है, इन्नी इसकी क्षमता हैगी। और अपनी डायग्रामेटिक मैं दस जा रहे हैं जो अपने शार्प वाटर प्यूरीफायर दी है। फस्ट पॉलीप्रैपलन फिल्टर जो वाटर इनलैट जो आप करांगे इनपुट करांगे तो पॉलीप्रैपलन फिल्टर च जाएगा। उस तो बाद कार्बन फिल्टर के जो कि वो स्मैल वगैरह डस्ट वगैरह रिमूव करेगा। फिर उस तो बाद आ जाता जी RO मैंबर जिहदे आप प्रॉपर हर तरह की इनऑर्गेनिक कंपाउंड्स वगैरह उन्होंने चीज़ों को रिमूव करते हैं। उस तो बाद वाटर साडा स्टोरेज टैंक एक स्टील टैंक एयर टाइट फिल्टर मिलता है, जो कि आप तुसीं वेख सकते हो कि सारे जिन्ने भी फिल्टर होंगे सारे दे नाल ही टैंक दिता होंदा है, वो भी प्लास्टिक का टैंक होंदा है। और कंटीन्यूअसली प्लास्टिक दे विच वाटर रहन दे नाल, जो प्लास्टिक के कंटैक्ट दे विच वाटर रहन दे नाल तुहाडी वाटर के थ्रू तुहाडी बॉडी में काफ़ी हद तक हार्मफुल कैमिकल्स भी ऐड होंगे, क्योंकि प्लास्टिक किस तरीके तैयार होया होंदा तुहानूं सारिਆਂ ਨੂੰ चंगी तरह पता है। और अपना स्टील टैंक है प्रॉपर एयर टाइट है कि वाटर का और एयर का कोई भी कॉम्बीनेशन नहीं होंदा, किसी भी तरीके एयर के कंटैक्ट च नहीं होंदा। RO मैंबरां तो बाद वाटर
ਮੂਵ ਕਰਦਾ ਹੈ ਸਟੋਰੇਜ ਟੈਂਕ ਦੇ ਵਿੱਚ, ਜਿਸ ਦੀ ਕਪੈਸਿਟੀ 5 ਲੀਟਰ ਦੀ ਹੈ। ਆਪਾਂ ਨੈਕਸਟ ਤੇ ਲਾਸਟ ਤੇ ਲਿਖਿਆ ਹੋਇਆ ਵਾਟਰ ਟੈਪ। ਜਦੋਂ ਆਪਾਂ ਟੈਪ ਓਪਨ ਕਰਾਂਗੇ ਤਾਂ ਵਾਟਰ ਟੈਂਕ ਤੋਂ ਡਾਇਰੈਕਟ ਪਾਣੀ ਤੁਹਾਨੂੰ ਟੈਪ 'ਤੇ ਨਹੀਂ ਮਿਲੇਗਾ। ਵਾਟਰ ਟੈਂਕ ਤੋਂ ਵਾਟਰ ਮੂਵ ਹੋਏਗਾ AF ਡਿਸਟਰਪਟਰ ਵਿੱਚ। AF ਡਿਸਟਰਪਟਰ ਉਸ ਪਾਣੀ ਦੇ ਵਿੱਚੋਂ ਅਸਿਸਟ ਬੈਕਟੀਰੀਆ ਵਗੈਰਾ ਜੋ ਦੁਬਾਰਾ ਜਨਰੇਟ ਹੋ ਜਾਂਦੇ ਨੇ ਵਾਟਰ ਖਲੋਣ ਦੇ ਨਾਲ, ਉਸ ਚੀਜ਼ ਨੂੰ ਰੀਮੂਵ ਕਰੇਗਾ ਔਰ ਰੀਮੂਵ ਕਰਕੇ ਤੁਹਾਨੂੰ ਵਾਟਰ ਪਿਊਰੀ ਬਿਲਕੁਲ ਸਾਫ਼ ਸੁਥਰਾ ਵਾਟਰ ਦੇਗਾ। ਨੈਕਸਟ ਤੇ ਜੋ ਮੈਂ ਦੱਸਣੇ ਨੇ ਇਨਵਾਇਰਮੈਂਟ ਫਰੈਂਡਲੀ ਫੂਡ ਗ੍ਰੇਡ ਮਟੀਰੀਅਲ। ਕੁਝ ਸੰਸਥਾ ਨੇ ਜਿਨ੍ਹਾਂ ਵੱਲੋਂ ਪ੍ਰੋਪਰ ਇਸ ਨੂੰ ਸਰਟੀਫਿਕੇਟ ਮਿਲੇ ਹੋਏ ਨੇ। ਤੁਸੀਂ ਫਸਟ ਦੇਖ ਸਕਦੇ ROHS, ਜਿਸ ਨੂੰ ਰੈਸਿਸਟੈਂਟ ਆਫ ਹੈਜ਼ਰਡ ਸਬਸਟੈਂਸ ਕਰਕੇ ਜਾਣਿਆ ਜਾਂਦਾ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਅਪਰੂਵਡ ਹੈ ਜੀ। ਮਟੀਰੀਅਲ ਸੇਫਟੀ ਐਂਡ ਡਾਟਾ ਸ਼ੀਟ ਵੱਲੋਂ ਵੀ ਅਪਰੂਵ ਹੈ ਜੀ। TUV ਐਂਡ SGS ਵੱਲੋਂ ਵੀ ਅਪਰੂਵ ਹੈ। TUV ਮੋਸਟ ਕ੍ਰੈਡੀਬਲ ਆਰਗੇਨਾਈਜੇਸ਼ਨ ਹੈ ਵਰਲਡ ਵਾਈਡ, ਜੋ ਪ੍ਰੋਡਕਟ ਨੂੰ ਟੈਸਟ ਕਰਦੀ ਹੈ ਤਾਂ ਉਹਨਾਂ ਨੂੰ ਸਰਟੀਫਿਕੇਟ ਦਿੰਦੀ ਹੈ। ਇਸ ਨੂੰ ਜਰਮਨੀ ਵਿੱਚ ਪ੍ਰੋਡਕਟ ਸੇਫਟੀ ਐਕਟ ਕਰਕੇ ਵੀ ਮੰਨਿਆ ਜਾਂਦਾ ਹੈ, ਔਰ ਇਹਨੂੰ ਆਪਾਂ UK ਵਿੱਚ ਟੈਕਨੀਕਲ ਇੰਸਪੈਕਸ਼ਨ ਐਸੋਸੀਏਸ਼ਨ ਕਰਕੇ ਵੀ ਮੰਨਿਆ ਜਾਂਦਾ ਹੈ। ਔਰ ਇਹ ਕੀ ਕਰਦੇ ਨੇ, ਇਹ ਵਾਟਰ ਪਿਊਰੀਫਾਇਰ ਨੂੰ ਅਲੱਗ-ਅਲੱਗ ਏਰੀਏ ਵਿੱਚ ਅਲੱਗ-ਅਲੱਗ ਸਟੇਜ ਵਿੱਚ ਕੰਟੀਨਿਊਸਲੀ ਉਹਨੂੰ ਚੈੱਕ ਕਰਦੇ ਨੇ, ਟੈਸਟ ਕਰਦੇ ਨੇ। ਹਰ ਤਰ੍ਹਾਂ ਦਾ ਪਾਣੀ ਪਾ ਕੇ ਉਹ ਹਰ ਤਰ੍ਹਾਂ ਦੇ ਐਨਵਾਇਰਨਮੈਂਟ ਦੇ ਵਿੱਚ ਉਹਦਾ ਟੈਸਟ ਹੁੰਦਾ ਹੈ, ਔਰ ਟੈਸਟ ਹੋਣ ਤੋਂ ਬਾਅਦ ਉਹਨੂੰ ਪ੍ਰੋਪਰ ਸਰਟੀਫਿਕੇਟ ਦਿੱਤਾ ਗਿਆ ਔਰ ਉੱਥੋਂ ਆਪਣਾ ਸ਼ਾਰਪ ਵਾਟਰ ਪਿਊਰੀਫਾਇਰ ਪਾਸ ਹੋਇਆ, ਔਰ ਪਾਸ ਹੋਣ 'ਤੇ 99.9% ਕਲੀਨ ਵਾਟਰ ਦੇਣ ਦੀ क्षमता रखता है। और ਆਪਾਂ ਨੂੰ ਕਲੀਨ ਵਾਟਰ ਦੇਣ ਦੀ क्षमता ਰੱਖਦਾ ਹੈ, ਔਰ ਬਹੁਤ ਹੀ ਜ਼ਬਰਦਸਤ ਪ੍ਰੋਡਕਟ ਨੇ। ਔਰ ਇਸ ਦੇ ਨਾਲ ਕਾਫੀ ਲੋਕਾਂ ਨੇ ਇਸ ਚੀਜ਼ ਨੂੰ ਯੂਜ਼ ਵੀ ਕੀਤਾ ਹੈ, ਉਹਨਾਂ ਦਾ ਫੀਡਬੈਕ ਔਰ ਰਿਵਿਊ ਵੀ ਬਹੁਤ ਵਧੀਆ ਮਿਲ ਰਿਹਾ। ਅਤੇ ਹੋਪਫੁਲੀ ਤੁਸੀਂ ਸਾਰੇ ਇਸ ਚੀਜ਼ ਬਾਰੇ ਚੰਗੀ ਐਜੂਕੇਸ਼ਨ ਲੈ ਕੇ ਤੁਸੀਂ ਆਪਣੀ ਟੀਮ ਦੇ ਵਿੱਚ ਵੀ ਐਜੂਕੇਸ਼ਨ ਦੇ ਸਕਦੇ ਹੋ, ਔਰ ਖੁਦ ਵੀ ਤੁਸੀਂ ਐਜੂਕੇਟ ਹੋ ਕੇ ਆਪਣੇ ਘਰ ਆਪਣੇ ਜੋ ਫਿਲਟਰਸ ਨੇ ਉਹਨਾਂ ਨੂੰ ਸਹੀ ਯੂਜ਼ ਕਰੋ, ਲਗਵਾਓ। ਐਂਡ ਵਿਸ਼ ਯੂ ਵੈਲ। ਥੈਂਕ ਯੂ।